Subscribe to our YouTube channel. Press the bell icon to get the latest updates. ਇਸ ਤਰ੍ਹਾਂ ਜੀ ਸਭ ਤੋਂ ਪਹਿਲਾਂ ਤੇ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ। ਬੜੇ ਸੰਜੀਦਗੀ ਵਾਲੇ ਮੁੱਦੇ ਲੈ ਕੇ ਪੰਜਾਬ ਦੇ ਭਖਦੇ ਮਸਲੇ ਲੈ ਕੇ ਗਵਰਨਰ ਸਾਹਿਬ ਨਾਲ ਮੁਲਾਕਾਤ ਕੀਤੀ ਹੈ। ਧੰਨਵਾਦ ਕਰਦੇ ਹਾਂ ਉਹਨਾਂ ਦਾ ਕਿ ਉਹਨਾਂ ਨੇ 16-17 ਮਿੰਟ ਸਾਡੀ ਗੱਲ ਸੁਣੀ, ਬੜੀ ਪੇਸ਼ੈਂਟ hearing ਦਿੱਤੀ और किया कि I'm looking into the matter. He showed his concern about these burning issues. देखो सब तो पहली गल ते कि आम आदमी पार्टी की सरकार भावें 30-40 दिन पुरानी होवे पर लोकां 'च एक गल चली गई कि इन्हां दे वस दी नहीं। लोकां 'च एक गल चली गई कि सुपनिਆਂ ਦੇ सौदागर सी। ਇਹਨਾਂ ਝੂਠ ਵਿੱਚ ਇਹਨਾਂ ਸੱਤਾ ਹਾਸਲ ਕਰਨ ਦੇ ਲਈ ਉਹ ਝੂਠ ਵੇਲੇ ਬੋਲੇ ਜਿਨ੍ਹਾਂ ਨੇ ਵੰਡੀਆਂ ਪਾਤੀਆਂ ਪੰਜਾਬ 'ਚ। ਅਸਲ ਗੱਲ ਇਹ ਸੀ, ਔਰ ਮੈਂ ਪਹਿਲੇ ਦਿਨ ਤੋਂ ਕਹਿੰਦਾ ਸੀਗਾ, ਪਿਛਲੇ 1 ਸਾਲ ਤੋਂ ਕਹਿੰਦਾ ਰਿਹਾ ਕਿ ਪਾਲਿਸੀ ਡਰਿਵਨ ਬਜਟਰੀ ਐਲੋਕੇਸ਼ਨ ਹੋਣੀ ਚਾਹੀਦੀ ਹੈ ਤਾਂ ਸੁਪਨੇ ਸਾਕਾਰ ਹੁੰਦੇ ਆ। ਤੇ ਅੱਜ ना सिर्फ लोगों के सुपने टुटे है पर उम्मीद भी टुटी है। और जो अज तक पंजाब च कदे नहीं होया, फंड पै गई है। जदों अनाउंसमेंट की थी बिजली की, ये नहीं किहा कि किसी एक वर्ग नूं असीं देंगे, सारिआं नूं देण दा वचन दिता सी। ते अज पहला तो जनरल कैटेगरी तो मुकरे ते फिर साडे भाईचारे, एससी भाईचारे, एसटी भाईचारे, उन्होंने लिए भी 1 किलोवाट ते उतरे। इसदा कारण यह है कि पंजाब के कोल साधन नहीं है। और मैं 1.5 साल का कहता आया कि भाई लॉ एंड ऑर्डर नूं छड्ड के पंजाब के हर भखदे मसले का हल इनकम है, वो नहीं जनरेट हो रही। PSPCL 17,000 करोड़ रुपये का बैंकों तो कर्जा ली बैठी है। 20,000 करोड़ की सरकार की देनदारी है। तनख्वाह उन्होंने 500 करोड़ रुपया कर्जा लेके दी है। ये वड्डे वड्डे बांस की तरह लंबे उच्चे वादे अंदरों खोखले करने की लोड़ सी। पंजाब की वित्तीय स्थिति सर देश च सब तो माड़ी है। मैनूं बड़ा दुख हुंदा है, दुर्भाग्यपूर्ण है कि साडी सारे पंजाबियों की जिहड़ी इनकम है उहदा 55% हिस्सा कर्जिਆਂ 'ਚ जा रहा है। 85% पंजाब का जिहड़ा बजट है वो या ते तनख्वाहां 'च, पेंशनां 'च या कर्जा लैण ते मोड़न 'ਚ जा रहा है। इस करके ये बड़े संजीदगी वाले मुद्दे ने, चादर देख के पैर पसारना चाहिए। बिजली के उत्ते एक होर गल कह दिया कि अज 8,000 मैगावाट डिमांड है ते सरकार का बैंड वजिया पिया, बां हुई पई है। थर्मल प्लांट शट हो रहे हैं। कोला 30 दिनों का चाहिए, मैंडेटरी 8-10 दिनों का रह गया। ਤੇ ਤੁਸੀਂ ਅੰਦਾਜ਼ਾ ਲਾ ਲਓ ਜੇ ਟ੍ਰੇਲਰ ਇਹ ਜਿਹਾ ਚੱਲਿਆ ਤੇ ਫਿਲਮ ਕਹੇ ਜੀ ਹੋਊਗੀ। ਜਦੋਂ 15,000 ਮੈਗਾਵਾਟ ਡਿਮਾਂਡ ਆਈ, 15,000 ਮੈਗਾਵਾਟ ਡਿਮਾਂਡ ਆਈ ਔਰ 1.5 ਮਹੀਨੇ ਚ ਆਉਣੀ ਹੈ ਤੇ ਕਿਵੇਂ ਪੂਰੀ ਹੋਣੀ ਹੈ? ਜਦੋਂ ਸਾਡੀ ਸਰਕਾਰ ਸੀ, ਮੈਂ ਉਦੋਂ ਚੰਦੀ ਸਰਕਾਰ ਨੇ ਟੈਰਿਫ ਆਰਡਰ ਇਸ਼ੂ ਕੀਤਾ ਸੀ, ਪਬਲਿਕ ਇੰਟਰਸਟ ਬਿਜਲੀ ਸਸਤੀ ਕੀਤੀ ਸੀ, ਸਮਝੇ ਨਹੀਂ? लेकिन आ कुछ नहीं सी। ये पहला भखदा मसला पावर कट अज की डेट दे विच तुसीं पिंडां 'च देखो 2 घंटे बिजली आउंदी ते तुसीं सोचो लोग चीकां मारदे, हाय दुहाई पई है। तो सोचो तुसीं
ਇਸ ਕਰਕੇ ਉਹਨਾਂ ਨੂੰ ਕਿਹਾ ਕਿ ਜੀ ਇਤਿਹਾਸ ਲੈਣ ਦੀ ਲੋੜ ਹੈ, ਬੈਟਰ ਪ੍ਰੀਵੈਂਟ ਐਂਡ ਪ੍ਰਿਪੇਅਰ ਰਾਦਰ ਦੈਨ ਰਿਪੈਂਟ ਐਂਡ ਰਿਪੇਅਰ। ਵੀ ਸੀਮ ਟੂ ਬੀ ਰਿਪੈਂਟਿੰਗ ਐਂਡ ਰਿਪੇਅਰਿੰਗ। ਇਹ ਸੁਪਨੇ ਸਾਕਾਰ ਕਰਨ ਦੇ ਲਈ ਸਾਧਨਾਂ ਦੀ ਲੋੜ ਸੀ। ਕੋਈ ਝੂਠ ਵੇਚਿਆ, ਕੋਈ ਸੁਪਨੇ ਵੇਚੇ, ਲੇਕਿਨ ਸਾਕਾਰ ਕਰਨ ਦੇ ਸਾਧਨ ਤੁਹਾਡੇ ਕੋਲ ਹੈ ਨਹੀਂ। ਨੰਬਰ 2, ਐਤਕੀ ਯੂਕਰੇਨ ਔਰ ਰਸ਼ੀਆ ਦੀ ਜੰਗ ਦੇ ਕਰਕੇ ਕਣਕ ਦੀ ਬਹੁਤ ਜ਼ਿਆਦਾ ਘਾਟ ਹੈ। ਉਹਦੇ ਕਰਕੇ ਪ੍ਰਾਈਸਿਸ ਹੈਵ ਸ਼ਾਟ ਅਪ। 3500 ਤੋਂ 4000 ਨੂੰ ਕਣਕ ਵੇਚਦੀ ਹੈ। ਰਿਸਕ ਫੈਕਟਰ ਸਾਰੇ ਕਿਸਾਨ ਝੇਲਦਾ ਹੈ। ਐਮਐਸਪੀ ਉਹਦੀ 9% ਵਧਾਈ ਹੈ ਤੇ ਪੈਟਰੋਲ ਡੀਜ਼ਲ 100%, ਪੈਸਟੀਸਾਈਡ 100%। ਡੀਏਪੀ ਦੀ ਖਾਦ ਮੇਰੇ ਕੋਲ ਕਿਸਾਨ ਆਏ ਸੀ, ਉਹ ਕਹਿੰਦੇ ਮਹਾਰਾਜ ਲਿਫਾਫੇ ਹੀ ਅਸਲੀ ਨੇ, ਅੰਦਰ ਕੱਖ ਨਹੀਂ। ਝਾੜ 20 ਤੋਂ 50% ਘਟ ਗਿਆ। ਤੇ ਜੇ ਦੁੱਖਾਂ ਦੇ ਹਿੱਸੇਦਾਰ ਨੇ ਕਿਸਾਨ ਔਰ ਹਰ ਰਿਸਕ ਨੂੰ ਝੇਲਦੇ ਆ, ਭਾਵੇਂ ਉਹ ਬੀਜਾਂ ਦਾ ਰਿਸਕ ਹੋਵੇ, ਮੌਸਮ ਦਾ ਰਿਸਕ ਹੋਵੇ, ਅੱਗਾਂ ਲੱਗਣ ਦਾ ਰਿਸਕ ਹੋਵੇ। ਮੈਨੂੰ ਲੱਗਦਾ 1000 ਏਕੜ ਤੇ ਅੱਗਾਂ 'ਚ ਫੁੱਗੀ ਹੈ। ਤੇ ਜੇ ਉਹ ਰਿਸਕ ਝੇਲਦੇ ਆ ਤੇ ਫਿਰ ਉਹਨਾਂ ਨੂੰ ਦੁੱਖਾਂ ਦਾ ਭਾਗੀਦਾਰ ਬਣਾਇਆ, ਤੇ ਅੱਜ ਹੁਣ ਸੁੱਖ ਦਾ ਵੇਲਾ ਆਇਆ ਤੇ ਇਹਦਾ ਵੀ ਭਾਗੀਦਾਰ ਬਣਾਓ ਨਾ, ਹਿੱਸੇਦਾਰ ਬਣਾਓ, ਸ਼ੇਅਰ ਹੋਲਡਰ ਬਣਾਓ। 500 ਰੁਪਏ ਬੋਨਸ ਦੀ ਮੰਗ ਕੀਤੀ ਹੈ ਸਾਹਿਬ, ਔਰ ਇਹ ਡਿਊ ਹੈ। ਜਦੋਂ ਤੁਸੀਂ 2000 ਕਮਾ ਰਹੇ ਹੋ ਤੇ 500 ਦੇਣਾ ਕੋਈ ਔਖਾ ਨਹੀਂ। ਤੁਸੀਂ ਤੇ ਮੈਕਸਿਮਮ ਸਪੋਰਟ ਪ੍ਰਾਈਸਾਂ ਦਿੱਤੀਆਂ ਨੇ ਇੱਕ ਦੋ ਬੰਦਿਆਂ ਨੂੰ, ਤੇ ਇਹਨਾਂ ਨੂੰ ਮਿਨੀਮਮ ਸਪੋਰਟ ਪ੍ਰਾਈਸ ਤੇ ਦਿਓ। ਤੀਜੀ ਚੀਜ਼, ਲਾਅ ਐਂਡ ਆਰਡਰ। ਵੈਸੇ ਤੇ ਮੈਂ ਸਭ ਤੋਂ ਪਹਿਲਾਂ ਗਵਰਨਰ ਸਾਹਿਬ ਨਾਲ ਰੇਜ਼ ਕੀਤਾ ਔਰ ਉਹਨਾਂ ਨੂੰ ਕਿਹਾ ਵੀ ਮੈਨੂੰ ਭਾਵੇਂ ਦਿੱਲੀ ਤੱਕ ਜਾਣਾ ਪਵੇ, ਆਈ ਵਿਲ ਡੈਫੀਨਿਟਲੀ ਗੋ। ਲੇਕਿਨ ਅਸੀਂ ਮੁੱਦਿਆਂ ਦੀ ਪਹਿਰੇਦਾਰੀ ਕਰਦੇ ਹੋਏ ਪਹਿਲ ਦੇ ਆਧਾਰ ਦੇ ਉੱਤੇ ਕਹਿੰਦੇ ਆ ਕਿ ਜਿੱਥੇ ਜਾਨ ਮਾਲ ਸੁਰੱਖਿਅਤ ਨਹੀਂ, ਮਾਲ ਤੋਂ ਮਤਲਬ ਬਿਜ਼ਨਸ, ਲੋਕ ਬਿਜ਼ਨਸ ਚਾਹੁੰਦੇ ਆ, ਲੋਕ ਮੌਲਾਂ ਦੇ ਗਾਹਕ ਚਾਹੁੰਦੇ ਆ, ਲੋਕ ਅਮਨ ਮਾਨ ਚਾਹੁੰਦੇ ਆ, ਤੇ ਜਿੱਥੇ ਜਾਨ ਮਾਲ ਦੀ ਰੱਖਿਆ ਨਾ ਹੋਵੇ, ਤੁਸੀਂ ਕਹਿੰਦੇ ਹੋ ਅੰਗਰੇਜ਼ਾਂ ਨੂੰ ਇੱਥੇ ਲਿਆਉਣਾ ਹੈ, ਤੁਸੀਂ ਕਹਿੰਦੇ ਨੌਜਵਾਨਾਂ ਨੂੰ ਇੱਥੋਂ ਜਾਣ ਤੋਂ ਰੋਕਣਾ। ਮੈਂ ਕਹਿੰਦਾ ਜਿਹੜੇ 3 ਕਰੋੜ ਪੰਜਾਬੀ ਇੱਥੇ ਆ ਉਹ ਭੱਜ ਜਾਣਗੇ, ਉਹ ਕਿੱਥੇ ਰਹਿਣਗੇ ਭਾਈ? ਜਿੱਥੇ ਜਾਨ ਮਾਲ ਮਹਿਫੂਜ਼ ਨਹੀਂ, 40 ਬੰਦੇ ਮਰ ਗਏ। ਹਾਂਜੀ, ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਦੀਆਂ ਠੰਡੀਆਂ ਜਗ੍ਹਾ, ਇਹਨੂੰ ਪੰਜਾਬ ਦੀ ਫਿਕਰ ਹੈ? ਪੰਜਾਬ ਦੀ ਪਿੱਠ ਦੇ ਉੱਤੇ ਪੱਬ ਲਾ ਕੇ ਹਿਮਾਚਲ ਪ੍ਰਦੇਸ਼, ਗੁਜਰਾਤ, ਇਹਨਾਂ ਨੇ ਅਧਿਕਾਰ ਦਿੱਤਾ ਇਹਨਾਂ ਨੂੰ ਪੰਜਾਬ ਦੇ ਪੈਸੇ, ਲੋਕਾਂ ਦੇ ਖੂਨ ਪਸੀਨੇ ਦੇ ਪੈਸੇ ਇਸ਼ਤਿਹਾਰਾਂ ਦੇ ਵਿੱਚ ਲਾ ਕੇ ਹਿਮਾਚਲ ਤੇ ਗੁਜਰਾਤ ਦੇ ਵਿੱਚ ਲਾ ਦੇਣ। देयर हैव टू बी प्रायोरिटी एरियाज, और वो प्रायोरिटी ਜਿਹੜੀ ਹੈਗੀ ਹੈ ਜਾਨ ਮਾਲ, ਪੰਜਾਬ ਦੀ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲਣਾ। ਰਬੜ ਦਾ ਗੁੱਡਾ ਬਣਿਆ ਪਿਆ ਮੁੱਖ ਮੰਤਰੀ, ਚਾਬੀ ਦੇ ਕੇ ਛੱਡ ਦਿੰਦੇ ਆ। ਕਦੇ ਆਵਾਜ਼ ਹੁਣ ਮੈਂ ਨਾਲ ਖੜੂ। ਪੁਲਿਸ ਦੀ ਪੋਲਿਟਿਸਾਈਜੇਸ਼ਨ, ਇੱਥੇ ਲੋਕੀ ਮਰ ਰਹੇ ਆ, ਤਰਾਹੀਮਾਮ ਹੋ ਰਹੀ ਹੈ। ਕਦੇ 25 ਬੰਦੇ ਆ ਕੇ ਤਾੜ ਗੋਲੀਆਂ ਚਲਾ ਜਾਂਦੇ ਆ, ਕਦੇ ਹੋਟਲ ਦੇ ਮਾਲਕ ਕਿਸੇ ਨੂੰ ਮਾਰਤਾ, ਕਿਸੇ ਨੂੰ ਵੱਢਤਾ, ਕਿਸੇ ਨੂੰ ਟੁੱਕਤਾ, ਕਿਤੇ ਕਬਜ਼ੇ, ਕਿਤੇ ਫਰੌਤੀ। ਤੇ ਪੰਜਾਬ ਦੀ ਪੁਲਿਸ ਜਿਹੜੇ ਕੇਜਰੀਵਾਲ ਸਾਹਿਬ ਦੇ ਖਿਲਾਫ ਸੱਚ ਦੀ ਆਵਾਜ਼ ਚੱਕ ਰਹੇ, ਉਹਨਾਂ ਦੇ ਪਰਚੇ ਦੇ ਰਹੇ। ਮਹਾਰਾਜ ਇਹ ਪੰਜਾਬ ਹੈ, ਇੱਥੇ ਹਾਲਾਤ ਬਿਲਕੁਲ ਵਿਪਰੀਤ ਨੇ, ਇਹ ਦਿੱਲੀ ਨਹੀਂ। ਤੇ ਜੇ ਕੋਈ ਗੱਲ ਤਾਰੀਫ ਕਰਨ ਵਾਲੀ ਆ, ਉਹ ਪੰਜਾਬ ਮਾਡਲ ਵਾਲੀ ਆ। ਮੈਂ ਪਹਿਲਾਂ ਕਹਿੰਦਾ ਸੀ ਤੇ ਦਿੱਲੀ ਮਾਡਲ ਨਹੀਂ ਚੱਲਣਾ। ਦਿੱਲੀ ਦਾ 35,000 ਕਰੋੜ ਰੁਪਈਆ ਸੈਂਟਰ ਦੀ ਸਰਕਾਰ ਖਰਚਦੀ ਹੈ, 9,000 ਕਰੋੜ ਪੁਲਿਸ ਤੇ ਖਰਚਦੀ ਹੈ, 9,000 ਕਰੋੜ ਐਨਡੀਐਮਸੀ ਤੇ ਖਰਚਦੀ ਹੈ, 3-4 ਹਜ਼ਾਰ ਕਰੋੜ ਰੁਪਈਆ ਯੂਨੀਵਰਸਿਟੀਆਂ ਤੇ ਖਰਚਦੀ ਹੈ। ਇੱਥੇ ਸੌਫਟ ਲੋਨ ਮਿਲਾ ਕੇ 5 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ, ਤੇ ਕੱਢੋ ਹੁਣ 20,000 ਕਰੋੜ ਰੁਪਈਆ ਰੇਤੇ ਚੋਂ। ਮਿੱਤਰ ਪਿਆਰੇ, 85% ਤੇ ਸੈਟ ਫਿਕਸਡ ਜਿਹੜੀਆਂ ਪੇਮੈਂਟਾਂ ਜਾਂਦੀਆਂ ਨੇ, ਪੈਨਸ਼ਨਾਂ ਦੀਆਂ, ਤਨਖਾਹਾਂ ਦੀਆਂ, ਕਰਜ਼ਾ ਲੈਣ ਦੀਆਂ ਤੇ ਬੋਰੋਇੰਗਸ ਦੀਆਂ, ਤੇ 30,000 ਕਰੋੜ ਕਿੱਥੋਂ ਕੱਢਣਾ ਹੈ? ਕਮਿਸ਼ਨਾਂ ਚੋਂ। ਝੂਠ ਤੇ ਝੂਠ, ਝੂਠ ਤੇ ਝੂਠ। ਮੈਂ ਅੱਜ ਵੀ ਕਹਿਣਾ ਕਿ ਤੁਸੀਂ ਕਿਸੇ ਔਰਤ ਨੂੰ, ਪੰਜਾਬ ਪੁਲਿਸ ਨੂੰ ਪੋਲਿਟਿਸਾਈਜ਼ ਕਰਕੇ, ਪੁਲਿਸ ਦਾ ਕੀ ਕਸੂਰ ਹੈ? ਐਫੀਸ਼ੀਐਂਟ ਪੁਲਿਸ ਹੈ ਪੰਜਾਬ ਦੀ।
ਮਜਬੂਰੀ 'ਚ ਕਰਦੇ ਆ ਕਿਉਂਕਿ ਤੁਸੀਂ ਪੋਲਿਟਿਸਾਈਜੇਸ਼ਨ ਕਰਤੀ ਆਪਣੇ ਸਵਾਰਥਾਂ ਦੀ, ਲਾਅ ਐਂਡ ਆਰਡਰ ਦੀ ਨਹੀਂ, ਆਪਣੇ ਸਵਾਰਥਾਂ ਦੇ ਲਈ ਤੁਸੀਂ ਪੁਲਿਸ ਵਰਤ ਰਹੇ ਹੋ। ਇਹ ਬੜੇ ਗੰਭੀਰ ਮੁੱਦੇ ਨੇ। ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ, ਚਾਦਰ ਦੇਖ ਕੇ ਪੈਰ ਪਸਾਰਨੇ ਸੀ। ਕੀ ਲੋੜ ਸੀ ਇਹਨਾਂ ਫੈਦਿਆਂ ਦੀ? ਬਦਲਾਵ ਹੈ ਜਾਂ ਬਦਲਾ ਹੈ? ਵੰਡੇਟਾ ਪੋਲਿਟਿਕਸ ਸ਼ੁਰੂ ਹੋ ਚੁੱਕੀ। ਪੰਜਾਬ ਦੀ ਅਣਖ ਦੀ ਲੜਾਈ ਹੈ ਸਾਹਿਬ। ਪੰਜਾਬ ਦਾ ਮੁੱਖ ਮੰਤਰੀ ਅਣਖੀਲਾ ਚਾਹੀਦਾ ਹੈ, ਤਾਰਾਂ ਨਾਲ ਨਹੀਂ ਹਿਲ ਸਕਦਾ। ਕੋਈ ਹੈ ਤੇ ਬੋਲਦਾ ਕੋਈ ਹੈ, ਤੇ ਜਿਹੜਾ ਗੇਮ ਖੇਡਣ ਵਾਲਾ ਦਿੱਲੀ ਬੈਠਾ ਹੈ, ਦੀ ਮੈਸਕਰੇਡਰ, ਉਹਦੇ ਮੁਖੌਟੇ ਉੱਤਰ ਰਹੇ ਨੇ। ਸੁਣਨਾ ਕੀ ਸਟੇਟਮੈਂਟ ਦਿੱਤੀ ਹੈ ਜੀ, ਇਹ ਉਹ ਨਹੀਂ ਬੋਲਦਾ, ਉਹ ਕੇਜਰੀਵਾਲ ਬੋਲਦਾ। ਕੇਜਰੀਵਾਲ ਬੋਲਦਾ ਉਹਦੇ ਚ ਇੱਕ ਬੂੰਦ ਪਾਣੀ ਨਹੀਂ ਦੇਾਂਗੇ, ਤੇ ਜੇ ਹੈ ਹਿੰਮਤ ਪਾਣੀ ਛੱਡ ਕੇ ਵੇਖ, ਸਭ ਤੋਂ ਅੱਗੇ ਸਿੱਧੂ ਲੇਟੇਗਾ। ਡੁਬੋ ਹੈ ਦਮ ਤੇ ਕਰ ਕਲੀਅਰ ਸਟੈਂਡ। ਤੇਰਾ ਕੀ ਸਟੈਂਡ ਹੈ? ਵੋਟ ਕਿਲੇ ਵਾਂਗੂ ਰੰਗ ਬਦਲ ਜਾਂਦੇ ਹੋ। ਹਰਿਆਣੇ ਜਾਂਦੇ ਹੋ ਕੋਈ ਰੰਗ ਹੈ, ਦਿੱਲੀ ਜਾਂਦੇ ਹੋ ਕੋਈ ਰੰਗ ਹੈ, ਤੇ ਜਦੋਂ ਇੱਥੇ ਆਉਂਦੇ ਹੋ ਤੇ ਬੇਰੰਗ ਹੈ। ਹਾਂ, ਇਹ ਕੀ ਹੈ? ਦਿੱਲੀ ਤੱਕ ਜਾਵਾਂਗੇ, ਆਵਾਜ਼ ਉਠਾਵਾਂਗੇ, ਮੁੱਦਿਆਂ ਦੀ ਪਹਿਰੇਦਾਰੀ ਹੈ ਨਾ। ਪਹਿਲਾਂ ਕਦੇ ਅਹੁਦਿਆਂ ਦੀ ਇੱਛਾ ਸੀ ਨਾ, ਅੱਜ ਹੈ। ਲੇਕਿਨ ਪੰਜਾਬ ਦੇ ਖਿਲਾਫ, ਔਰ ਜ਼ਿੰਦਗੀ ਇੰਨੀ ਸੰਤੁਸ਼ਟ ਹੈ, ਸਾਰਾ ਕੁਝ ਅਚੀਵ, ਕੁਝ ਹਿਮਾਲੇ ਤੇ ਚੜ੍ਹ ਕੇ ਦੇਖ ਲਿਆ ਵੀ ਕੀ ਹੈ ਭਾਈ, ਇਹ ਦੂਜਾ ਕਿੱਥੇ ਚਲੇ ਜਾਣਗੇ। ਇਹ ਸੂਬਾ ਇਹਦੀ ਰੈਜ਼ਰੈਕਸ਼ਨ, ਇਹਦਾ ਉત્ਥਾਨ, ਟੂ ਗੈਟ ਇਟ ਬੈਕ ਟੂ ਇਟਸ ਪ੍ਰਿਸਟੀਨ ਗਲੋਰੀ। ਨੀਅਤ ਚਾਹੀਦੀ ਹੈ, ਨੀਅਤ, ਪੋਲੀਟੀਕਲ ਵਿਲ ਚਾਹੀਦੀ ਹੈ। ਇਹ ਇਲੈਕਸ਼ਨ ਕੰਪੇਨ ਨਹੀਂ ਹੈ, ਪਹਿਲੇ ਦਿਨ ਤੋਂ ਹੋਣਾ ਚਾਹੀਦਾ ਸੀਗਾ ਇਨਕਮ ਦਾ ਪ੍ਰਬੰਧ। ਇਹਨਾਂ ਦਾ ਇਲੈਕਸ਼ਨ ਕੰਪੇਨ ਬਣਾ ਲਈ ਸਾਹਿਬ। ਸੋ ਸੰਜੀਦਗੀ ਵਾਲੇ ਮੁੱਦੇ ਉਸੇ ਤਰ੍ਹਾਂ ਰੂਹਾਨੀ ਬਣਾ ਕੇ ਚੁੱਕੇ। ਗਵਰਨਰ ਸਾਹਿਬ ਨੇ ਅਸ਼ੋਰੈਂਸ ਦਿੱਤੀ ਹੈ, ਹੀ ਵਿਲ ਲੁੱਕ ਇਨਟੂ ਦ ਮੈਟਰ, ਤੇ ਦਿੱਲੀ ਤੱਕ ਆਵਾਜ਼ ਜਾਏਗੀ, ਔਰ ਦਿੱਲੀ ਤੱਕ ਫਰਿਆਦ ਜਾਏਗੀ, ਦਿੱਲੀ ਤੱਕ ਅੱਗੇ ਮੁਲਾਕਾਤਾਂ ਵੀ ਹੋਣਗੀਆਂ। ਟੋਟਲ ਇਸ਼ੂਸ ਦੇਖੋ, ਇਸ਼ੂਸ ਜਦੋਂ ਗੱਲਾਂ ਬਾਤਾਂ ਕਰੀਦੀਆਂ ਨੇ, ਮੁੱਢਲੇ ਇਸ਼ੂ ਫਾਈਨੈਂਸ਼ੀਅਲ ਪੋਜੀਸ਼ਨ, ਜਿਹੜੇ ਮੈਂ ਤੁਹਾਨੂੰ ਦੱਸੇ ਹੈ, ਹੁਣ ਲਾਅ ਐਂਡ ਆਰਡਰ ਸਰ ਸਾਹਮਣੇ ਦੇਖੀ, ਇਹ ਜਿਹੜੇ ਮੁੱਦੇ ਨੇ ਐਸਵਾਈਐਲ। ਸਿੱਧੂ ਸਾਹਿਬ ਇੱਕ ਕਹਿੰਦੇ ਨੇ ਵੀ ਜਿੱਦਾਂ ਹੁਣ ਪਰਚਾ ਅਲਕਾ ਲਾਂਬਾ ਜੀ ਤੇ ਹੋਇਆ ਹੈ, ਤੇ ਹੋਰ ਕਾਂਗਰਸੀ ਵੀ ਤਾਂ ਕੇਜਰੀਵਾਲ ਤੇ ਬੋਲੇ ਸੀ ਵੀ ਉਹਨਾਂ ਤੇ ਵੀ ਮਤਲਬ ਕੋਈ ਇਦਾਂ ਦਾ ਹੈ ਕਿ ਵਾਟ ਵਿਲ ਬੀ ਯੋਰ ਪਲਾਨ ਆਫ ਐਕਸ਼ਨ? ਦੇਖੋ, ਇਹ ਜਿਹੜੀ ਪੋਲਿਟਿਕਸ ਆਫ ਹੇਟ ਹੈ ਸਰ ਕੈਮਰਾ, ਇਹ ਭੈ ਦੇਣ ਦੀ ਪੋਲਿਟਿਕਸ ਜਿਹੜੀ ਹੈ, ਇਹਨੂੰ ਕੋਈ ਐਪਰੀਸ਼ੀਏਟ ਨਹੀਂ ਕਰਦਾ। ਦਿਸ ਇਜ਼ ਰਿਪਲੇਸਿੰਗ ਦੀ ਪੋਲਿਟਿਕਸ ਆਫ ਹੋਪ। ਹੋਪ ਤੋਂ ਵੱਡੀ ਤੋਪ ਕੋਈ ਨਹੀਂ ਮਹਾਰਾਜ। ਆਸ ਉਮੀਦ ਟੁੱਟੀ ਜਾਂਦੀ ਹੈ, ਤੇ ਇੱਥੇ ਭੈ ਦੇ ਕੇ ਲੋਕਾਂ ਨੂੰ ਚੁੱਪ ਕਰਾਇਆ ਜਾ ਰਿਹਾ ਸੱਚ ਬੋਲਣ ਤੋਂ। ਤੇ ਸੱਚ ਕਿਤੇ ਦਬਦਾ, ਪ੍ਰਤਾੜਿਤ ਜ਼ਰੂਰ ਹੋ ਜਾਂਦਾ, ਪਰ ਪਰਾਜਿਤ ਨਹੀਂ ਹੁੰਦਾ। सिद्धू साहब आपने सर एक लाइन कही है, लेकिन उसको थोड़ा सा और क्लियरिफाई कर दीजिए। आपने कहा कि पुलिस एफिशिएंट है, लेकिन मजबूरी में क्या काम इसका बिल्कुल सिंपल सी बात है, पॉलिटिसाइज कर दिया पुलिस को, पॉलिटिसाइज कर दिया। अरे आप पुलिस की बात कर रहे हो, यहाँ हमारा मुख्यमंत्री, क्या बोलूं मैं? सिद्धू साहब पुलिस थाना हालत की आम आदमी पार्टी ਦੇ ਕਾਊਂਟਰ ਮੈਂਬਰ ਰਹੇ ਨੇ ਕੁਮਾਰ ਵਿਸ਼ਵਾਸ, ਪਰ ਉਹਨਾਂ ਦੇ ਘਰ ਵੀ ਪੰਜਾਬ ਪੁਲਿਸ ਸ਼ਹਿਰ, ਉਹਨੂੰ ਕਿੱਦਾਂ ਦੇਖਦੇ ਹੋ? ਇਹਨੂੰ ਸਿਰਫ ਇੱਕੋ ਚੀਜ਼ ਨਾਲ ਦੇਖਦੇ ਆ ਵੀ ਸੱਚ ਦੀ ਆਵਾਜ਼ ਦੱਬਣੀ ਹੈ। ਸੱਚ ਦੀ ਆਵਾਜ਼ ਦੱਬਣੀ ਹੈ, ਸੱਚ ਨੂੰ ਖਤਮ ਕਰਨਾ ਹੈ, ਤੇ ਝੂਠ ਨੂੰ 200 ਵਾਰ ਬੋਲ ਕੇ ਉਹਨੂੰ ਸੱਚ ਬਣਾਉਣ ਦੀ ਕੋਸ਼ਿਸ਼ ਕਰਨੀ। ਐਦਾਂ ਤੁਸੀਂ ਕਿਸੇ ਨੂੰ ਦੱਬ ਨਹੀਂ ਸਕਦੇ। ਲੋਕਤੰਤਰ ਦੇ ਵਿੱਚ ਕਮਜ਼ੋਰ ਲੋਕ ਤਾਂ ਦਬ ਜਾਂਦੇ ਆ, ਲੇਕਿਨ ਜਿਨ੍ਹਾਂ ਕੋਲ ਨੈਤਿਕਤਾ ਹੈ, ਜਿਨ੍ਹਾਂ ਕੋਲ ਮੋਰਲ ਅਥਾਰਟੀ ਹੈ, ਉਹ ਦਬਦੇ ਨਹੀਂ। ਮੈਂ ਮੈਡਮ ਹੁਣ ਲਾਸਟ ਤੁਹਾਨੂੰ ਜਵਾਬ ਦੇ ਰਿਹਾ, ਜਿੱਦਣ ਅਲਕਾ ਜੀ ਔਰ ਕੁਮਾਰ ਵਿਸ਼ਵਾਸ ਜੀ ਆਉਣਗੇ,
ਥਾਣੇ ਨਾਲ ਜਾਵਾਂਗੇ ਜੀ।